ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਆਪਣੇ ਦੋਹਾਂ ਪੁੱਤਰਾਂ ਤੇ ਸੈਨਾਪਤੀਆਂ ਦੀ ਮੌਤ ਵੇਖ ਕੇ ਲਲਾ ਬੇਗ ਆਪਣੇ ਸੂਰਮੇ ਲੈ ਕੇ ਇੱਕਦਮ ਸਿੱਖ ਯੋਧਿਆਂ ਉੱਤੇ ਟੁੱਟ ਪੈ ਗਿਆ। ਉਧਰੋਂ ਗੁਰੂ ਜੀ ਵੀ ਆਪਣਾ ਘੋੜਾ ਛੇੜ ਕੇ ਲਲਾ ਬੇਗ ਦੇ ਸਾਹਮਣੇ ਚਲੇ ਗਏ ਅਤੇ ਇੱਕ ਦੂਜੇ ਉੱਤੇ ਦਵੱਲੀ ਵਾਰ ਕਰਨ ਲੱਗੇ। ਲਲਾ ਬੇਗ ਦਾ ਘੋੜਾ ਫੱਟੜ ਹੋ ਕੇ ਡਿੱਗ ਪਿਆ ਅਤੇ ਲਲਾ ਬੇਗ ਪੈਦਲ ਹੋ ਗਿਆ। ਉਸ ਨੂੰ ਪੈਦਲ ਵੇਖ ਕੇ ਗੁਰੂ ਜੀ ਵੀ ਘੋੜੇ ਤੋਂ ਉਤਰ ਕੇ ਪੈਦਲ ਹੋ ਕੇ ਉਸ ਨਾਲ ਵਾਰ ਵਟਾਂਦਰਾ ਕਰਨ ਲੱਗੇ। ਦੋਹਾਂ ਪਾਸਿਆਂ ਦੇ ਸੈਨਿਕ ਆਪੋ ਆਪਣੇ ਥਾਵਾਂ ਤੇ ਖੜੇ ਹੋ ਕੇ ਹਾਰ ਜਿੱਤ ਦਾ ਫੈਸਲਾ ਉਡੀਕਣ ਲੱਗੇ। ਇੱਕ ਦੂਜੇ ਉੱਤੇ ਵਾਰਾਂ ਤੇ ਵਾਰ ਹੁੰਦੇ ਰਹੇ, ਪਰ ਅੰਤ ਨੂੰ ਗੁਰੂ ਜੀ ਦੇ ਇੱਕ ਭਰਪੂਰ ਵਾਰ ਨਾਲ ਲਲਾ ਬੇਗ ਮੋਢੇ ਤੋਂ ਪਸਲੀ ਤੱਕ ਤੋਂ 2 ਫਾੜ ਹੋ ਗਿਆ ਅਤੇ ਲੋਥ ਧਰਤੀ ਉੱਤੇ ਤੜਫਣ ਲੱਗੀ। ਇਹ ਵੇਖ ਕੇ ਸਿੱਖਾਂ ਨੇ ਫਤਿਹ ਦੇ ਜੈਕਾਰੇ ਛੱਡ ਦਿੱਤੇ ਅਤੇ ਜਿੱਤ ਦੇ ਵਾਜੇ ਵੱਜਣ ਲੱਗ ਗਏ। ਸ਼ਾਹੀ ਲਸ਼ਕਰ ਦੇ ਆਦਮੀਆਂ ਦੇ ਹੌਸਲੇ ਟੁੱਟ ਗਏ ਅਤੇ ਉਹ ਪਿੱਛੇ ਨੂੰ ਭੱਜ ਨਿਕਲੇ। ਸਿੱਖਾਂ ਦੇ ਉਹਨਾਂ ਦੇ ਪਿੱਛੇ ਪੈ ਕੇ ਬਹੁਤ ਕੱਟ ਵੱਢ ਕੀਤੀ। ਜਦ ਸ਼ਾਹੀ ਸੈਨਾ ਹਾਰ ਖਾ ਕੇ ਭੱਜ ਗਈ ਤਾਂ ਗੁਰੂ ਜੀ ਨੇ ਆਪਣੇ ਆਦਮੀਆਂ ਨੂੰ ਕਿਹਾ, ਪਹਿਲਾਂ ਆਪਣੇ ਫੱਟੜਾਂ ਦੀ ਮਰਮ ਪੱਟੀ ਕਰਕੇ ਫਿਰ ਸ਼ਹੀਦਾਂ ਨੂੰ ਇੱਕ ਥਾਂ ਇਕੱਠੇ ਕਰਕੇ ਇੱਕ ਵੱਡਾ ਅੰਗੀਠਾ ਤਿਆਰ ਕਰੋ ਅਤੇ ਸਾਰਿਆਂ ਦਾ ਬੜੇ ਸਤਿਕਾਰ ਨਾਲ ਸੰਸਕਾਰ ਕਰੋ। ਜੋਧ ਰਾਏ ਨੇ ਕਿਹਾ, ਮਹਾਰਾਜ, ਆਪਣਾ 1000 ਯੋਧਾ ਸ਼ਹੀਦ ਹੋ ਗਿਆ ਹੈ। ਉਧਰ ਸ਼ਾਹੀ ਸੈਨਾ ਦੇ ਮੁਰਦਿਆਂ ਦੀ ਗਿਣਤੀ ਕਰਨੀ ਬਹੁਤ ਕਠਿਨ ਹੈ। ਜੋ 35,000 ਵਿੱਚੋਂ ਹਜ਼ਾਰਾਂ ਹੀ ਮਰ ਗਏ ਹਨ, ਹਜ਼ਾਰਾਂ ਹੀ ਫੱਟੜ ਹੋ ਕੇ ਲੁਕ ਛਿਪ ਗਏ ਹਨ ਅਤੇ ਬਾਕੀ ਦੇ ਆਪਣੀਆਂ ਜਾਨਾਂ ਲੈ ਕੇ ਜੰਗਲ ਵਿੱਚ ਜਾ ਲੁਕੇ ਹਨ। ਮੁਸਲਮਾਨ ਫੱਟੜਾਂ ਦੀ ਗੁਰੂ ਜੀ ਨੇ ਮਰਮ ਪੱਟੀ ਕਰਾਈ ਅਤੇ ਮੁਰਦਿਆਂ ਨੂੰ ਇਕੱਠੇ ਕਰਾ ਕੇ ਇੱਕ ਵੱਡਾ ਟੋਆ ਪੁਟਾ ਕੇ ਉਸ ਵਿੱਚ ਦਬਵਾ ਦਿੱਤਾ। ਉਪਰੰਤ ਯੁੱਧ ਦੇ ਮੈਦਾਨ ਵਿੱਚ ਡਿੱਗੇ ਹੋਏ ਆਪਣੇ ਸ਼ਸਤਰ ਇਕੱਠੇ ਕਰਾ ਕੇ ਉਹਨਾਂ ਦੀ ਸੰਭਾਲ ਕਰਾਈ ਅਤੇ ਦੁਸ਼ਮਣਾਂ ਦੇ ਉਹਨਾਂ ਦੇ ਮੁਰਦਿਆਂ ਦੇ ਨਾਲ ਹੀ ਦਬਵਾ ਦਿੱਤੇ। ਡੇਰੇ ਆਣ ਕੇ ਲੰਗਰ ਤਿਆਰ ਕਰਕੇ ਛਕਿਆ ਅਤੇ ਜਿੱਤ ਦੀ ਖੁਸ਼ੀ ਵਿੱਚ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਵਰਤਾਏ। ਦੂਸਰੇ ਦਿਨ ਜਦ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਤਾਂ ਆਪ ਜੀ ਨੇ ਮਹਾਰਾਜ ਨੂੰ ਸੱਦ ਕੇ ਆਖਿਆ ਕਿ ਯੁੱਧ ਦੇ ਮੈਦਾਨ ਵਿੱਚ ਜਿਹੜੀ ਤੂੰ ਕਮਰ ਬੇਗ ਸੈਨਾਪਤੀ ਦੀ ਬਹੁਤ ਕੀਮਤੀ ਤੇ ਸੁੰਦਰ ਤਲਵਾਰ ਲਿਆਂਦੀ ਹੈ, ਉਸ ਨੂੰ ਵੀ ਉਸ ਟੋਏ ਵਿੱਚ ਹੀ ਦੱਬ ਆਓ ਜਿੱਥੇ ਦੁਸ਼ਮਣ ਦੇ ਹੋਰ ਸ਼ਸਤਰ ਦਬਾਏ ਗਏ ਹਨ। ਦੁਸ਼ਮਣ ਦੀ ਕਿਸੇ ਚੀਜ਼ ਨੂੰ ਵੀ ਆਪਣੇ ਪਾਸ ਰੱਖਣਾ ਠੀਕ ਨਹੀਂ ਹੈ। ਮਹਾਰਾਜ ਨੇ ਕਿਹਾ, ਮਹਾਰਾਜ, ਮੇਰੇ ਪਾਸ ਕੋਈ ਤਲਵਾਰ ਨਹੀਂ ਹੈ। ਗੁਰੂ ਜੀ ਨੇ ਬਚਨ ਕੀਤਾ, ਤੂੰ ਲੋਭਵਸ ਹੋ ਕੇ ਝੂਠ ਬੋਲਿਆ ਹੈ। ਇਹ ਤਲਵਾਰ ਜਦ ਤੱਕ ਰਹੇਗੀ ਤਦ ਤੱਕ ਤੇਰੀ ਕੁਲਵੀ ਚੱਲਦੀ ਰਹੇਗੀ, ਆਪਸ ਵਿੱਚ ਕੱਟ ਵੱਢ ਹੁੰਦੀ ਰਹੇਗੀ। ਸੋ ਸੁਣਿਆ ਹੈ ਕਿ ਗੁਰੂ ਜੀ ਦਾ ਬਚਨ ਅੱਜ ਤੱਕ ਪ੍ਰਸਿੱਧ ਹੈ। ਦੂਸਰੇ ਦਿਨ ਜਦ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਹਸਨ ਖਾਂ ਨੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਹੁਣ ਕੀ ਹੁਕਮ ਹੈ? ਗੁਰੂ ਜੀ ਨੇ ਕਿਹਾ, ਤੂੰ ਹੁਣ ਲਲਾ ਬੇਗ ਦੀ ਥਾਂ ਕਾਬਲ ਦਾ ਸੂਬਾ ਬਣ ਜਾਏਗਾ। ਇਸ ਸਮੇਂ ਤੂੰ ਆਪਣੇ ਨਾਲ ਯੁੱਧ ਵਿੱਚੋਂ ਬਚੇ ਹੋਏ ਸ਼ਾਹੀ ਫੌਜ ਦੇ ਸੈਨਿਕ ਅਤੇ ਘੋੜੇ ਲੈ ਕੇ ਪਾਤਸ਼ਾਹ ਪਾਸ ਚਲਿਆ ਜਾ। ਉਹ ਤੇਰੇ ਪਾਸੋਂ ਯੁੱਧ ਦੀ ਸਾਰੀ ਵਾਰਤਾ ਸੁਣ ਕੇ ਪ੍ਰਸੰਨ ਹੋ ਜਾਏਗਾ ਅਤੇ ਤੈਨੂੰ ਕਾਬਲ ਦਾ ਸੂਬਾ ਥਾਪ ਦੇਵੇਗਾ। ਗੁਰੂ ਜੀ ਦਾ ਬਚਨ ਮੰਨ ਕੇ ਹਸਨ ਖਾਂ ਸ਼ਾਹੀ ਸੈਨਾ ਦੇ ਕੁਝ ਫੱਟੜ ਅਤੇ ਕੁਝ ਹੋਰ ਥੱਕੇ ਮਨ ਦੇ ਆਦਮੀ ਲੈ ਕੇ ਲਾਹੌਰ ਪਹੁੰਚ ਗਿਆ ਅਤੇ ਪਾਤਸ਼ਾਹ ਨੂੰ ਦੱਸਿਆ ਕਿ ਲਲਾ ਬੇਗ ਨੇ ਬਿਨਾਂ ਸੋਚੇ ਸਮਝੇ ਹੀ ਥੱਕੀ ਮਨ ਦੀ ਫੌਜ ਨਾਲ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਸੀ। ਮੈਂ ਉਸ ਨੂੰ ਬਹੁਤ ਸਮਝਾਇਆ ਅਤੇ ਸੈਨਾਪਤੀਆਂ ਨੇ ਵੀ ਆਖਿਆ ਕਿ ਇਸ ਹਾਲਤ ਵਿੱਚ ਭੁੱਖੇ ਪਿਆਸੇ ਜਵਾਨਾਂ ਪਾਸੋਂ ਯੁੱਧ ਨਹੀਂ ਹੋ ਸਕੇਗਾ, ਪਰ ਉਸਨੇ ਕਿਸੇ ਦੀ ਇੱਕ ਨਾ ਮੰਨੀ ਅਤੇ ਅੱਧੀ ਰਾਤ ਸਮੇਂ ਹੀ ਹੱਲਾ ਬੋਲ ਦਿੱਤਾ। ਉਸ ਸਮੇਂ ਇਤਨੀ ਸਰਦੀ ਸੀ ਕਿ ਅਸਾਂ ਕਦੇ ਪਹਿਲਾਂ ਇਤਨੀ ਸਰਦੀ ਨਹੀਂ ਸੀ ਵੇਖੀ। ਸਾਡੇ ਸਿਪਾਹੀਆਂ ਦੇ ਹੱਥਾਂ ਵਿੱਚੋਂ ਹਥਿਆਰ ਡਿੱਗ ਡਿੱਗ ਜਾਂਦੇ ਸਨ। ਉਧਰ ਗੁਰੂ ਜੀ ਦੇ ਸਿੱਖ ਅੰਗੀਠੇ ਵਾਲ ਕੇ ਅੱਗ ਸੇਕ ਰਹੇ ਸਨ। ਉਹ ਇੱਕਦਮ ਟੁੱਟ ਕੇ ਸਾਡੇ ਉੱਤੇ ਪੈ ਗਏ ਅਤੇ ਸਾਡੇ ਜਵਾਨ ਅਤੇ ਘੋੜੇ ਬੇਅੰਤ ਹੀ ਮਾਰ ਦਿੱਤੇ। ਦਿਨ ਚੜ੍ਹੇ ਤੱਕ ਸਾਡੇ ਤੀਸਰਾ ਹਿੱਸਾ ਜਵਾਨ ਬਿਨ ਮਾਰੇ ਹੀ ਸੀਤ ਨਾਲ ਮਰ ਗਏ। 3 ਦਿਨ ਇਸ ਤਰ੍ਹਾਂ ਹੀ ਯੁੱਧ ਹੁੰਦਾ ਰਿਹਾ, ਜਿਸ ਵਿੱਚ ਗੁਰੂ ਜੀ ਦੇ ਕੇਵਲ 1200 ਜਵਾਨ ਮਰੇ ਅਤੇ ਸ਼ਾਹੀ ਸੈਨਾ ਦੇ ਲਲਾ ਬੇਗ ਦੇ ਨੀਤੀ ਹੋਣ ਕਰਕੇ 35,000 ਵਿੱਚੋਂ 2/3 ਮਾਰੇ ਗਏ ਅਤੇ ਕੁਝ ਫੱਟੜ ਹੋ ਕੇ ਕੁਝ ਨਕਾਰੇ ਹੋ ਗਏ।
ਕੇਵਲ 100 ਸਵਾਰ ਹੀ ਸਾਰੀ ਸੈਨਾ ਵਿੱਚੋਂ ਸਹੀ ਸਲਾਮਤ ਬਚ ਕੇ ਮੇਰੇ ਨਾਲ ਆਇਆ ਹੈ। ਹਸਨ ਖਾਂ ਤੋਂ ਸਾਰੀ ਗੱਲ ਸੁਣ ਕੇ ਪਾਤਸ਼ਾਹ ਨੇ ਹਸਨ ਖਾਂ ਨੂੰ ਨੀਤੀ ਨਿਪੁੰਨ ਜਾਣ ਕੇ ਆਪਣੇ ਵਜ਼ੀਰਾਂ ਨੂੰ ਕਿਹਾ, ਇਹ ਲੱਲਾ ਬੇਗ ਦੀ ਥਾਂ ਕਾਬਲ ਦਾ ਸੂਬਾ ਬਣਨ ਯੋਗ ਹੈ। ਵਜ਼ੀਰਾਂ ਦੀ ਸਲਾਹ ਲੈ ਕੇ ਪਾਤਸ਼ਾਹ ਨੇ ਹਸਨ ਖਾਂ ਨੂੰ ਸਿਰੋਪੋ ਦੇ ਕੇ ਕਾਬਲ ਦਾ ਸੂਬਾ ਥਾਪ ਕੇ ਭੇਜ ਦਿੱਤਾ। ਇਸ ਤਰ੍ਹਾਂ ਗੁਰੂ ਜੀ ਦੇ ਬਚਨ ਸਫਲ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।